ਅੱਜ ਆਪਾਂ ਗੱਲ ਕਰਾਂਗੇ ਉਸ ਲੜਕੀ ਬਾਰੇ ਜਿਸ ਨਾਲ ਬਹੁਤ ਵੱਡਾ ਚਮਤਕਾਰ ਹੋਇਆ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ। ਚਰਨਜੀਤ ਕੌਰ ਆਪਣੇ ਦਫ਼ਤਰ ਦਾ ਕੰਮ ਖਤਮ ਕਰਕੇ ਬਠਿੰਡੇ ਤੋਂ ਲੁਧਿਆਣੇ ਆਪਣੇ ਘਰ ਆ ਰਹੀ ਸੀ। ਤੇਜ਼ ਰਫ਼ਤਾਰ ਹੋਣ ਦੇ ਕਾਰਨ ਉਸ ਦੀ ਬੇਕਾਬੂ ਹੋ ਕੇ ਗੱਡੀ ਸੜਕ ਤੇ ਡਿਵਾਈਡਰ ਤੇ ਜਾ ਵੱਜੀ। ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜਿਸ ਨਾਲ ਕਾਰ ਪੂਰੀ ਤਰ੍ਹਾਂ ਟੁੱਟ ਗਈ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਚਰਨਜੀਤ ਕੌਰ ਨੂੰ ਕਾਰ ਦੇ ਹਿੱਸਿਆਂ ਨੂੰ ਕੱਟ-ਕੱਟ ਕੇ ਬਾਹਰ ਕੱਢਿਆ ਗਿਆ ਤੇ ਬਾਅਦ ਦੇ ਵਿੱਚ ਹਸਪੀਟਲ ਲੈ ਜਾਇਆ ਗਿਆ। ਚਰਨਜੀਤ ਦੀ ਹਾਲਤ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹ ਨਹੀਂ ਬਚੇਗੀ, ਪਰ ਉਸ ਦਾ ਇਲਾਜ ਕਰਵਾਇਆ ਗਿਆ ਤੇ ਉਸ ਦਾ ਚੂਲਾ ਖਰਾਬ ਹੋ ਚੁੱਕਿਆ ਸੀ, ਜਿਸ ਤੋਂ ਬਾਅਦ ਚਰਨਜੀਤ ਦੀ ਜਾਨ ਤਾਂ ਬਚ ਗਈ ਪਰ ਉਸ ਦੀ ਲੱਤ ਕੱਟਣੀ ਪਈ। ਦੁੱਖ ਤਾਂ ਇਹ ਸੀ ਕਿ ਚਰਨਜੀਤ ਕੌਰ ਹੁਣ ਤਾਂ ਨਾ ਤਾਂ ਚੱਲ ਸਕਦੀ ਸੀ ਤੇ ਨਾ ਹੀ ਬੈਠ ਸਕਦੀ ਸੀ। ਅਮਰੀਕਾ ਦੇ ਗੁਰਦੁਆਰੇ ਸਾਹਿਬ ਦੇ ਹੈੱਡ ਗ੍ਰੰਥੀ ਹਰਜੀਤ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਦੇ ਪਿਤਾ ਇੱਕ ਸਰਕਾਰੀ ਨੌਕਰੀ ਦੇ ਉੱਤੇ ਸੀ। ਚਰਨਜੀਤ ਕੌਰ ਦਾ ਪਰਿਵਾਰ ਲੁਧਿਆਣੇ ਦੇ ਨਾਲ ਸੰਬੰਧ ਰੱਖਦਾ ਸੀ ਤੇ ਜਦੋਂ ਚਰਨਜੀਤ ਕੌਰ 10 ਸਾਲਾਂ ਦੀ ਸੀ ਤਾਂ ਉਸ ਦੀ ਮਾਂ ਇੱਕ ਲੰਬੀ ਬਿਮਾਰੀ ਤੋਂ ਬਾਅਦ ਚੱਲ ਬਸੀ, ਜਿਸ ਤੋਂ ਬਾਅਦ ਚਰਨਜੀਤ ਕੌਰ ਦੇ ਪਿਤਾ ਗੁਰਚਰਨ ਸਿੰਘ ਨੇ ਹੀ ਉਸ ਦੀ ਪਰਵਰਿਸ਼ ਕੀਤੀ। ਰਿਸ਼ਤੇਦਾਰਾਂ ਦਾ ਕਹਿਣਾ ਚਰਨਜੀਤ ਕੌਰ ਦੇ ਪਿਤਾ ਗੁਰਚਰਨ ਸਿੰਘ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਦੂਸਰੀ ਪਤਨੀ ਨੇ ਚਰਨਜੀਤ ਨੂੰ ਮਾਮਾ ਵਾਂਗ ਹੀ ਪਿਆਰ ਦਿੱਤਾ। ਸਮਾਂ ਲੰਘਿਆ ਤਾਂ ਗੁਰਚਰਨ ਸਿੰਘ ਦੀ ਦੂਸਰੀ ਪਤਨੀ ਦੇ ਬੱਚਾ ਹੋਣ ਵਾਲਾ ਸੀ, ਪਰ ਕਿਸੇ ਕਾਰਨ ਕਰਕੇ ਬੱਚੇ ਹੋਣ ਤੋਂ ਪਹਿਲਾਂ ਹੀ ਗੁਰਚਰਨ ਸਿੰਘ ਦੀ ਦੂਸਰੀ ਪਤਨੀ ਦੀ ਵੀ ਮੌਤ ਹੋ ਗਈ ਤੇ ਉਸ ਦਾ ਬੱਚਾ ਵੀ ਨਾਲ ਹੀ ਮਰ ਗਿਆ। ਹੁਣ ਚਰਨਜੀਤ ਕੌਰ ਦਾ ਇੰਨਾ ਭਿਆਨਕ ਐਕਸੀਡੈਂਟ ਹੋਇਆ ਸੀ ਤੇ ਉਹ ਉਸ ਦੇ ਪਿਤਾ ਗੁਰਚਰਨ ਸਿੰਘ ਨੇ ਹੀ ਉਸ ਦੀ ਦੇਖਭਾਲ ਕੀਤੀ। ਬਹੁਤ ਮੁਸ਼ਕਲਾਂ ਤੋਂ ਬਾਅਦ ਚਰਨਜੀਤ ਕੌਰ ਦਾ ਕੈਰੀਅਰ ਬਣਿਆ ਸੀ। ਹੁਣ ਉਹ ਸਮਾਂ ਆ ਚੁੱਕਿਆ ਸੀ ਕਿ ਚਰਨਜੀਤ ਕੌਰ ਬੈਠ ਵੀ ਨਹੀਂ ਸਕਦੀ ਸੀ। ਬੜੀ ਹੀ ਮੁਸ਼ਕਲ ਦੇ ਨਾਲ ਉਸ ਦਾ ਪਿਤਾ ਉਸ ਨੂੰ ਸਹਾਰਾ ਦੇ ਕੇ ਬਿਠਾਉਂਦਾ ਤੇ ਰੋਟੀ ਪਾਣੀ ਖਵਾਉਂਦਾ ਤੇ ਬਾਅਦ ਦੇ ਵਿੱਚ ਉਸ ਦੀ ਕਿਰਿਆ ਵੀ ਸੋਧਦਾ। ਚਰਨਜੀਤ ਕੌਰ ਦਾ ਪਰਿਵਾਰ ਹੁਣ ਕਾਫੀ ਚੰਗਾ ਕੱਟ ਰਿਹਾ ਸੀ, ਪਰ ਪਰਮਾਤਮਾ ਨੂੰ ਕੋਈ ਨਹੀਂ ਸਮਝ ਸਕਦਾ। ਚਰਨਜੀਤ ਕੌਰ ਦਾ ਇੱਕੋ ਇੱਕ ਸਹਾਰਾ ਉਸ ਦਾ ਪਿਤਾ ਇੱਕ ਦਿਨ ਰਸੋਈ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਅਚਾਨਕ ਹੀ ਡਿੱਗ ਪਿਆ, ਜਿਸ ਤੋਂ ਬਾਅਦ ਉਹ ਵੀ ਇਸ ਜਹਾਨੋਂ ਤੁਰ ਗਿਆ। ਹੁਣ ਚਰਨਜੀਤ ਕੌਰ ਇਕੱਲੀ ਹੀ ਰਹਿ ਗਈ ਸੀ। ਉਸ ਦਾ ਸਹਾਰਾ ਉਸ ਦਾ ਪਿਤਾ ਵੀ ਮਰ ਚੁੱਕਿਆ ਸੀ। ਕੁਝ ਕੁ ਦਿਨਾਂ ਬਾਅਦ ਚਰਨਜੀਤ ਕੌਰ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਸੰਭਾਲਿਆ, ਪਰ ਉਸ ਦੀ ਸਾਂਭ ਸੰਭਾਲ ਬਹੁਤ ਹੀ ਮੁਸ਼ਕਲ ਸੀ। ਬਾਅਦ ਵਿੱਚ ਅਮਰੀਕਾ ਦੇ ਵਿੱਚ ਰਹਿੰਦਾ ਚਰਨਜੀਤ ਕੌਰ ਦਾ ਮਾਮਾ ਭਾਰਤ ਆਇਆ। ਉਸਨੇ ਚਰਨਜੀਤ ਕੌਰ ਦੀ ਹਾਲਤ ਦੇਖੀ ਤੇ ਇਹ ਫੈਸਲਾ ਕੀਤਾ ਕਿ ਉਹ ਚਰਨਜੀਤ ਕੌਰ ਨੂੰ ਅਮਰੀਕਾ ਲੈ ਜਾਵੇਗਾ ਤੇ ਉਸ ਦਾ ਉੱਥੇ ਇਲਾਜ ਕਰਵਾਵੇਗਾ। ਕੁਝ ਕੁ ਮਹੀਨਿਆਂ ਲਈ ਉਸਨੇ ਚਰਨਜੀਤ ਕੌਰ ਨੂੰ ਸਾਂਭਣ ਵਾਸਤੇ ਇੱਕ ਨਰਸ ਨੂੰ ਰੱਖਿਆ ਤੇ ਚਰਨਜੀਤ ਦੇ ਪੇਪਰ ਤਿਆਰ ਕਰਵਾ ਕੇ 2 ਮਹੀਨਿਆਂ ਦੇ ਵਿੱਚ ਹੀ ਉਸ ਨੂੰ ਅਮਰੀਕਾ ਲੈ ਗਿਆ। ਚਰਨਜੀਤ ਕੌਰ ਦੇ ਮਾਮੇ ਨੇ ਅਮਰੀਕਾ ਦੇ ਵਿੱਚ ਅੰਗਰੇਜ਼ ਔਰਤ ਦੇ ਨਾਲ ਵਿਆਹ ਕਰਵਾਇਆ ਹੋਇਆ ਸੀ ਤੇ ਘਰ ਦੇ ਵਿੱਚ ਚਰਨਜੀਤ ਕੌਰ ਦੀ ਮੌਜੂਦਗੀ ਉਸ ਦੀ ਮਾਮੀ ਨੂੰ ਪਸੰਦ ਨਹੀਂ ਸੀ। ਫਿਰ ਵੀ ਉਸ ਦਾ ਮਾਮਾ ਚਰਨਜੀਤ ਕੌਰ ਦਾ ਇਲਾਜ ਕਰਵਾ ਰਿਹਾ ਸੀ, ਪਰ ਜਦੋਂ ਉਸ ਦਾ ਮਾਮਾ ਕੰਮ ਤੇ ਚਲਿਆ ਜਾਂਦਾ ਤਾਂ ਉਸ ਦੀ ਮਾਮੀ ਉਸ ਨੂੰ ਤਾਨੇ ਦੇ ਤੰਗ ਕਰਦੀ ਸੀ। ਹੌਲੀ ਹੌਲੀ ਉਸ ਦੇ ਮਾਮੇ ਨੇ ਉਸ ਦਾ ਅਜਿਹਾ ਇਲਾਜ ਕਰਵਾਇਆ ਕਿ ਚਰਨਜੀਤ ਕੌਰ ਬੈਠਣ ਜੋਗੀ ਹੋ ਗਈ ਤੇ ਵੀਲ ਚੇਅਰ ਦੇ ਉੱਤੇ ਆਪਣੇ ਆਪ ਹੀ ਘੁੰਮਣ ਲੱਗੀ। ਚਰਨਜੀਤ ਕੌਰ ਨੇ ਸੋਚਿਆ ਕਿ ਘਰ ਦੇ ਵਿੱਚ ਰਹਿ ਕੇ ਤਾਂ ਪਰੇਸ਼ਾਨੀ ਹੀ ਹੋਵੇਗੀ, ਇਸ ਲਈ ਉਸਨੇ ਆਪਣੇ ਘਰ ਦੇ ਕੋਲ ਬਣੇ ਗੁਰਦੁਆਰੇ ਸਾਹਿਬ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿਸ ਗੁਰਦੁਆਰੇ ਸਾਹਿਬ ਦੇ ਵਿੱਚ ਮੈਂ ਹੈੱਡ ਗ੍ਰੰਥੀ ਜਦੋਂ ਚਰਨਜੀਤ ਕੌਰ ਗੁਰਦੁਆਰੇ ਸਾਹਿਬ ਆਉਂਦੀ ਤਾਂ ਮੈਨੂੰ ਬੜਾ ਹੀ ਪਿਆਰ ਦੇ ਨਾਲ ਬੁਲਾਉਂਦੀ ਸੀ ਤੇ ਉਸ ਸਮੇਂ ਇੱਕ ਹੋਰ ਮੁੰਡਾ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਹਰ ਰੋਜ਼ ਆਉਂਦਾ ਸੀ ਤੇ ਚਰਨਜੀਤ ਕੌਰ ਨੂੰ ਦੇਖਦਾ ਰਹਿੰਦਾ ਸੀ। ਚਰਨਜੀਤ ਕੌਰ ਦੀ ਜ਼ਿੰਦਗੀ ਬਾਰੇ
ਸੁਣ ਕੇ ਉਸ ਨੂੰ ਬਹੁਤ ਦੁੱਖ ਮਹਿਸੂਸ ਹੋਇਆ ਕਿ ਕਿਵੇਂ ਵਧੀਆ ਨੌਕਰੀ ਕਰਨ ਵਾਲੀ ਕੁੜੀ ਅੱਜ ਇਹਨਾਂ ਹਾਲਾਤਾਂ ਤੱਕ ਪਹੁੰਚ ਚੁੱਕੀ ਹੈ। ਉਸ ਲੜਕੇ ਨੇ ਫੈਸਲਾ ਕੀਤਾ ਕਿ ਉਹ ਚਰਨਜੀਤ ਕੌਰ ਦੇ ਨਾਲ ਵਿਆਹ ਕਰਵਾਵੇਗਾ ਤੇ ਚਰਨਜੀਤ ਕੌਰ ਦਾ ਦੁੱਖ ਵੰਡੇਗਾ। ਜਦੋਂ ਉਸਨੇ ਇਸ ਬਾਰੇ ਚਰਨਜੀਤ ਕੌਰ ਦੇ ਮਾਮੇ ਦੇ ਨਾਲ ਗੱਲ ਕੀਤੀ ਤਾਂ ਚਰਨਜੀਤ ਕੌਰ ਦੇ ਮਾਮੇ ਨੇ ਕਿਹਾ, ਕਾਕਾ, ਸ਼ਕਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੁੰਦਾ। ਚਰਨਜੀਤ ਕੌਰ ਚਾਹੇ ਸੋਹਣੀ ਹੈ ਪਰ ਇਸ ਦੀ ਸਾਂਭ ਸੰਭਾਲ ਕਰਨਾ ਬਹੁਤ ਮੁਸ਼ਕਲ। ਕੁਝ ਸਮੇਂ ਬਾਅਦ ਤੈਨੂੰ ਚਰਨਜੀਤ ਕੌਰ ਬੋਝ ਲੱਗਣ ਲੱਗ ਪਵੇਗੀ। ਇੱਕ ਵਾਰ ਸੋਚ ਲੈ, ਫਿਰ ਹੀ ਕੋਈ ਫੈਸਲਾ ਲਵੀਂ। ਉਸ ਲੜਕੇ ਨੇ ਕਿਹਾ ਕਿ ਮੈਂ ਸਾਰੀ ਉਮਰ ਹੀ ਚਰਨਜੀਤ ਕੌਰ ਦਾ ਖਿਆਲ ਰੱਖਾਂਗਾ। ਜਿਸ ਤੋਂ ਬਾਅਦ ਚਰਨਜੀਤ ਕੌਰ ਦੇ ਮਾਮੇ ਨੇ ਇਸ ਵਿਆਹ ਲਈ ਹਾਂ ਕਰ ਦਿੱਤੀ। ਇਹ ਸਭ ਗੱਲਾਂ ਗੁਰਦੁਆਰੇ ਸਾਹਿਬ ਦੇ ਵਿੱਚ ਮੇਰੇ ਸਾਹਮਣੇ ਹੀ ਹੋਈਆਂ, ਪਰ ਪਰਮਾਤਮਾ ਦਾ ਭਾਣਾ ਦੇਖੋ। ਇਸ ਗੱਲ ਤੋਂ 5 ਦਿਨਾਂ ਬਾਅਦ ਹੀ ਚਰਨਜੀਤ ਕੌਰ ਦੇ ਮਾਮੇ ਦੀ ਵੀ ਮੌਤ ਹੋ ਗਈ ਤੇ ਉਸ ਦੀ ਮੌਤ ਵੀ ਐਕਸੀਡੈਂਟ ਵਿੱਚ ਹੀ ਹੋਈ ਸੀ। ਉਸ ਦੇ ਮਾਮੇ ਦੀ ਮੌਤ ਤੋਂ ਬਾਅਦ ਚਰਨਜੀਤ ਕੌਰ ਦੀ ਮਾਮੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਤੇ ਅਜਿਹੀ ਹਾਲਤ ਦੇ ਵਿੱਚ ਚਰਨਜੀਤ ਕੌਰ 3 ਦਿਨਾਂ ਲਈ ਸੜਕ ਦੇ ਉੱਤੇ ਪਈ ਰਹੀ। ਚਰਨਜੀਤ ਕੌਰ ਚਾਹੁੰਦੀ ਹੈ ਤਾਂ ਉਹ ਲੜਕੇ ਦੇ ਕੋਲ ਵੀ ਜਾ ਸਕਦੀ ਸੀ, ਪਰ ਉਹ ਲੜਕੇ ਦੇ ਉੱਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ। ਇੱਕ ਦਿਨ ਚਰਨਜੀਤ ਕੌਰ ਮੈਨੂੰ ਸੜਕ ਦੇ ਕਿਨਾਰੇ ਤੇ ਮਿਲੀ, ਜਿਸ ਤੋਂ ਬਾਅਦ ਮੈਂ ਉਸ ਨੂੰ ਗੁਰਦੁਆਰੇ ਸਾਹਿਬ ਲੈ ਆਇਆ ਤੇ ਉਸ ਨੂੰ ਇੱਕ ਕਮਰੇ ਦੇ ਵਿੱਚ ਠਹਿਰਾ ਦਿੱਤਾ। ਮੈਂ ਸੋਚਿਆ ਕਿ ਚਰਨਜੀਤ ਕੌਰ ਦਾ ਵਿਆਹ ਉਸ ਲੜਕੇ ਨਾਲ ਕਰਵਾ ਦੇਵਾਂਗਾ ਤੇ ਉਹ ਹੀ ਇਸ ਦਾ ਖਿਆਲ ਰੱਖੇਗਾ। ਪਰ ਉਸ ਟਾਈਮ ਤੋਂ ਬਾਅਦ ਲੜਕਾ ਵੀ ਗੁਰਦੁਆਰੇ ਸਾਹਿਬ ਵਿੱਚ ਨਹੀਂ ਆ ਰਿਹਾ ਸੀ, ਸੋ ਚਰਨਜੀਤ ਕੌਰ ਦਾ ਖਿਆਲ ਮੈਨੂੰ ਹੀ ਰੱਖਣਾ ਪੈਣਾ ਸੀ। ਸ਼ਾਇਦ ਪਰਮਾਤਮਾ ਨੇ ਹੀ ਮੇਰੀ ਸੇਵਾ ਲਗਾਈ ਸੀ। ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਉਹ ਲੜਕਾ ਵੀ ਕੋਈ ਬਿਮਾਰੀ ਦੇ ਕਾਰਨ ਮਰ ਚੁੱਕਿਆ ਸੀ, ਜਿਸ ਦੀ ਉਡੀਕ ਮੈਨੂੰ ਤੇ ਚਰਨਜੀਤ ਕੌਰ ਨੂੰ ਸੀ। ਹੁਣ ਇਸ ਨੂੰ ਕੀ ਕਿਹਾ ਜਾ ਸਕਦਾ ਹੈ? ਉਸ ਵੇਲੇ ਤੱਕ ਤਾਂ ਚਰਨਜੀਤ ਕੌਰ ਇਕੱਲੀ ਹੋ ਚੁੱਕੀ ਸੀ। ਉਸ ਦੀ ਜ਼ਿੰਦਗੀ ਵਿੱਚ ਜੋ ਵੀ ਆਉਂਦਾ ਰਿਹਾ ਉਹ ਮਰਦਾ ਰਿਹਾ। ਪਰਮਾਤਮਾ ਕੀ ਚਾਹੁੰਦਾ ਸੀ ਕੋਈ ਵੀ ਨਹੀਂ ਜਾਣਦਾ। ਮੈਂ ਆਪਣਾ ਫਰਜ਼ ਸਮਝ ਕੇ ਚਰਨਜੀਤ ਕੌਰ ਨੂੰ ਕਿਹਾ, ਮੈਂ ਹੀ ਅੱਜ ਤੋਂ ਬਾਅਦ ਤੇਰਾ ਪਿਤਾ ਹਾਂ। ਕੁਝ ਕੁ ਦਿਨਾਂ ਬਾਅਦ ਚਰਨਜੀਤ ਕੌਰ ਨੂੰ ਆਪਣੇ ਜ਼ਖਮਾਂ ਵਾਲੀ ਜਗ੍ਹਾ ਦੇ ਉੱਤੇ ਕੋਈ ਤਕਲੀਫ ਮਹਿਸੂਸ ਹੋਈ ਤੇ ਮੈਂ ਉਸ ਨੂੰ ਡਾਕਟਰ ਦੇ ਕੋਲ ਲੈ ਗਿਆ। ਚੈੱਕਅਪ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਜ਼ਖਮਾਂ ਦੇ ਵਿੱਚ ਇਨਫੈਕਸ਼ਨ ਪੈ ਚੁੱਕੀ ਹੈ ਤੇ ਉਸ ਦੀ ਇਨਫੈਕਸ਼ਨ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਕਿ ਉਹ ਬਿਮਾਰੀ ਇੰਨੀ ਫੈਲ ਚੁੱਕੀ ਸੀ ਕਿ ਹੁਣ ਕੁਝ ਸਮੇਂ ਹੀ ਬਚਿਆ ਸੀ ਚਰਨਜੀਤ ਦੇ ਕੋਲ। ਹਸਪੀਟਲ ਦੇ ਵਿੱਚ ਹੀ ਚਰਨਜੀਤ ਕੌਰ ਆਪਣੀ ਜ਼ਿੰਦਗੀ ਦਾ ਸਫ਼ਰ ਬਾਰੇ ਸੋਚਦੀ ਹੈ ਤੇ ਰੋਂਦੀ ਰਹਿੰਦੀ ਹੈ। ਇੱਕ ਦਿਨ ਚਰਨਜੀਤ ਕੌਰ ਨੇ ਕਿਹਾ, ਬਾਬਾ ਜੀ, ਮੇਰੀ ਜ਼ਿੰਦਗੀ ਦਾ ਆਖਰੀ ਸਮਾਂ ਆ ਚੁੱਕਿਆ ਹੈ ਤੇ ਮੇਰੇ ਮਨ ਦੇ ਉੱਤੇ ਇੱਕ ਬੋਝ ਹੈ ਜਿਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਚਰਨਜੀਤ ਕੌਰ ਨੇ ਦੱਸਿਆ ਕਿ ਇੱਕ ਵਾਰ ਮੈਂ ਤੇ ਮੇਰਾ ਪਿਤਾ, ਮੇਰੀ ਦੂਸਰੀ ਮਾਂ ਜੋ ਕਿ ਉਸ ਵੇਲੇ ਪ੍ਰੈਗਨੈਂਟ ਸੀ, ਬਠਿੰਡੇ ਤੋਂ ਲੁਧਿਆਣੇ ਆ ਰਹੇ ਸੀ ਕਿ ਸਾਡੀ ਗੱਡੀ ਦੇ ਵਿੱਚ ਟਕਰਾ ਕੇ ਇੱਕ ਬੰਦਾ ਜ਼ਖਮੀ ਹੋ ਗਿਆ। ਰਾਤ ਦਾ ਸਮਾਂ ਸੀ। ਉਹ ਬੰਦਾ ਸੜਕ ਤੇ ਪਿਆ ਤੜਫਦਾ ਰਿਹਾ। ਆਪਾਂ ਬਿਨਾਂ ਕੁਝ ਸੋਚੇ ਸਮਝੇ ਉੱਥੋਂ ਚਲੇ ਗਏ। ਮੈਨੂੰ ਅੱਜ ਵੀ ਯਾਦ ਹੈ, ਮੈਂ ਆਪਣੇ ਪਿਤਾ ਨੂੰ ਕਹਿੰਦੀ ਰਹੀ ਕਿ ਉਸ ਨੂੰ ਹਸਪੀਟਲ ਲੈ ਚੱਲਦੇ ਹਾਂ। ਜੇਕਰ ਆਪਾਂ ਉਸ ਨੂੰ ਹਸਪੀਟਲ ਲੈ ਜਾਂਦੇ ਸ਼ਾਇਦ ਉਹ ਬਚ ਹੀ ਜਾਂਦਾ। ਤੇ ਉਸੇ ਜਗ੍ਹਾ ਤੇ ਜਿੱਥੇ ਮੇਰਾ ਐਕਸੀਡੈਂਟ ਹੋਇਆ ਸੀ, ਅਗਲੇ ਦਿਨ ਆਪਾਂ ਖਬਰਾਂ ਦੇ ਵਿੱਚ ਦੇਖਿਆ ਕਿ ਮਰਨ ਵਾਲਾ ਬੰਦਾ ਆਪਣੀ ਫਸਲ ਵੇਚ ਕੇ ਆਪਣੇ ਘਰ ਜਾ ਰਿਹਾ ਸੀ ਤੇ ਉਹ ਆਪਣੇ ਘਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਤੇ 2 ਬੱਚਿਆਂ ਨੇ ਜ਼ਹਿਰ ਖਾ ਕੇ ਆਪਣੀ ਆਤਮ ਹੱਤਿਆ ਕਰ ਲਈ। ਇਹ ਖਬਰ ਸੁਣਨ ਤੋਂ ਬਾਅਦ ਹੀ ਮੇਰੀ ਦੂਸਰੀ ਮਾਂ ਜੋ ਕਿ ਉਸ ਵੇਲੇ ਪ੍ਰੈਗਨੈਂਟ ਸੀ, ਉਹ ਪਰੇਸ਼ਾਨ ਰਹਿਣ ਲੱਗੀ ਤੇ ਇਸ ਦੁੱਖ ਤਕਲੀਫ ਦੇ ਵਿੱਚ ਹੀ ਉਹ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਰ ਗਈ। ਤੇ ਹੁਣ ਮੈਨੂੰ ਇਹੀ ਲੱਗਦਾ ਰਹਿੰਦਾ ਹੈ ਕਿ ਉਸ ਗਲਤੀ ਕਰਕੇ ਹੀ ਮੈਨੂੰ ਇਹ ਸਭ ਕੁਝ ਦੇਖਣਾ ਪਿਆ। ਚਰਨਜੀਤ ਕੌਰ ਦੀ ਗੱਲ ਸੁਣ ਕੇ ਮੈਂ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਕੁਝ 15 ਦਿਨਾਂ ਬਾਅਦ ਹੀ
ਚਰਨਜੀਤ ਕੌਰ ਹਸਪੀਟਲ ਦੇ ਵਿੱਚ ਹੀ ਮੇਰੀ ਬਾਹਾਂ ਦੇ ਵਿੱਚ ਦਮ ਤੋੜ ਗਈ। ਹੁਣ ਚਰਨਜੀਤ ਕੌਰ ਦੀ ਜ਼ਿੰਦਗੀ ਦਾ ਸਫ਼ਰ ਕਿੱਥੋਂ ਚੱਲਿਆ ਸੀ ਤੇ ਕਿੱਥੇ ਆ ਕੇ ਖਤਮ ਹੋਇਆ। ਮੈਂ ਤੁਹਾਡੇ ਅੱਗੇ ਚਰਨਜੀਤ ਕੌਰ ਦੀ ਸਾਰੀ ਜ਼ਿੰਦਗੀ ਦਾ ਸਫ਼ਰ ਬਿਆਨ ਕਰ ਦਿੱਤਾ। ਹੁਣ ਤੁਹਾਨੂੰ ਜਵਾਬ ਦੇਣਾ ਪਵੇਗਾ ਕਿ ਚਰਨਜੀਤ ਕੌਰ ਦੇ ਦੁੱਖਾਂ ਦਾ ਕਾਰਨ ਉਹ ਮਰਿਆ ਹੋਇਆ ਪਰਿਵਾਰ ਸੀ ਜਾਂ ਫਿਰ ਚਰਨਜੀਤ ਕੌਰ ਦੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਭੋਗਣਾ ਹੀ ਪੈਣਾ ਸੀ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।